ਮਾਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਗੁੜੀਆ ਨੂੰ ਊਟ ਪਟਾਂਗ ਜਿਹੀ ਗੱਲਾਂ ਨਾ ਸਿਖਾਇਆ ਕਰੋ। ਵੱਡਾ ਪੁੱਤ ਰਾਮ ਆਪਣੀ ਮਾਂ ਵਿਮਲਾ ਦੇਵੀ ਪਰ ਭੜਕਦੇ ਹੋਏ ਬੋਲਿਆ ਤਾਂ ਉਹ ਚੌਂਕ ਗਈ। ਪਰ ਪੁੱਤ, ਮੈਂ ਅਜਿਹਾ ਕਿਆ ਸਿਖਾ ਦਿੱਤਾ ਗੁੜੀਆ ਨੂੰ ਜੋ ਤੂੰ ਇੰਨਾ ਨਾਰਾਜ਼ ਹੋ ਰਿਹਾ ਹੈ। ਇੰਨੇ ਵਿੱਚ ਉਹਨਾਂ ਦੀ ਵੱਡੀ ਨੂੰਹ ਸੋਨੀਆ ਬਾਹਰ ਨਿਕਲੀ ਅਤੇ ਕਹਿਣ ਲੱਗੀ, ਮਾਂ ਜੀ, ਅੱਜ ਸਵੇਰ ਤੋਂ ਤੁਹਾਡੀ ਪਿੰਡ ਦੀ ਭਾਸ਼ਾ ਵਿੱਚ ਨਾ ਜਾਣੇ ਕਿਆ ਬੜਬੜਾ ਰਹੀ ਹੈ ਸਾਡੀ ਬੱਚੀ। ਅਸੀਂ ਉਸ ਨੂੰ ਇੰਨੇ ਮਹਿੰਗੇ ਇੰਗਲਿਸ਼ ਮੀਡੀਅਮ ਪਲੇ ਸਕੂਲ ਵਿੱਚ ਪੜ੍ਹਾ ਰਹੇ ਹਾਂ ਤਾਂ ਕਿ ਉਹ ਚੰਗੇ ਨਾਲ ਇੰਗਲਿਸ਼ ਸਿੱਖ ਪਾਏ ਅਤੇ ਅੱਗੇ ਉਸਦਾ ਕਾਨਵੈਂਟ ਸਕੂਲ ਵਿੱਚ ਦਾਖਲਾ ਹੋ ਸਕੇ। ਪਰ ਤੁਸੀਂ ਹੋ ਕਿ ਸਾਡੀ ਸਾਰੀ ਕੋਸ਼ਿਸ਼ਾਂ ਪਰ ਪਾਣੀ ਫੇਰਨੇ ਪਰ ਤੁਲੀ ਹੋਈ ਹੋ। ਵਿਮਲਾ ਦੇਵੀ ਜੀ ਹੈਰਾਨੀ ਨਾਲ ਪੁੱਤ ਅਤੇ ਨੂੰਹ ਦੀ ਗੱਲਾਂ ਸੁਣਦੀ ਜਾ ਰਹੀ ਸੀ ਅਤੇ ਇੰਨੇ ਵਿੱਚ ਨੂੰਹ ਆਪਣੇ ਪਤੀ ਰਾਮ ਨੂੰ ਬੋਲੀ, ਸੁਣੋ ਜੀ, ਤੁਹਾਡੀ ਮਾਂ ਦੀ ਗਵਾਰਾਂ ਵਾਲੀ ਭਾਸ਼ਾ ਤਾਂ ਸਾਡੀ ਬੱਚੀ ਦਾ ਭਵਿੱਖ ਬਰਬਾਦ ਕਰ ਦੇਵੇਗੀ। ਨਾ ਜਾਣੇ ਇਸ ਦੇ ਲਈ ਕਿਆ ਸੁਪਨੇ ਦੇਖੇ ਹੈ ਮੈਂ। ਆਪਣੀ ਮਾਂ ਨੂੰ ਕਹੋ ਜਰਾ ਦੂਰ ਹੀ ਰਹੇ ਸਾਡੀ ਬੱਚੀ ਤੋਂ। ਵਿਮਲਾ ਦੇਵੀ ਜੀ ਕਾਫੀ ਦੇਰ ਤੋਂ ਆਪਣੀ ਨੂੰਹ ਦੀ ਬਦਤਮੀਜੀ ਭਰੀ ਗੱਲਾਂ ਸੁਣਦੀ ਜਾ ਰਹੀ ਸੀ। ਵੱਡੀ ਨੂੰ ਤੀਰ ਦੇ ਸਮਾਨ ਚੁਭਣੇ ਵਾਲੇ ਸ਼ਬਦ ਅਨਵਰਤ ਬੋਲਦੀ ਜਾ ਰਹੀ ਸੀ ਅਤੇ ਵੱਡਾ ਪੁੱਤ ਰਾਮ ਸਾਹਮਣੇ ਚੁੱਪਚਾਪ ਖੜਾ ਸੀ, ਜਾਂ ਇਵੇਂ ਕਹੋ ਕਿ ਆਪਣੀ ਪਤਨੀ ਦੇ ਵਿਵਹਾਰ ਨੂੰ ਸਹਿਮਤੀ ਦੇ ਰਿਹਾ ਸੀ। 6 ਮਹੀਨੇ ਪਹਿਲਾਂ ਹੀ ਪਤੀ ਦੇ ਦੇਹਾਂਤ ਦਾ ਦੁੱਖ ਝੇਲ ਚੁੱਕੀ ਵਿਮਲਾ ਜੀ ਆਏ ਦਿਨ ਆਪਣੀ ਨੂੰਹਾਂ ਦੇ ਤਾਨੇ ਮਿਹਣਿਆਂ ਦਾ ਸ਼ਿਕਾਰ ਬਣੀ ਰਹਿੰਦੀ ਹੈ। ਵਿਮਲਾ ਜੀ ਦੇ 2 ਪੁੱਤ ਅਤੇ ਨੂੰਹਾਂ ਹਨ। ਵੱਡੇ ਪੁੱਤ ਰਾਮ ਦੀ ਇੱਕ ਬੇਟੀ ਹੈ ਜਿਸ ਨੂੰ ਸਾਰੇ ਲੋਕ ਪਿਆਰ ਨਾਲ ਗੁੜੀਆ ਬੁਲਾਉਂਦੇ ਹਨ ਅਤੇ ਛੋਟੇ ਪੁੱਤ ਲਕਸ਼ਮਣ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਹੈ। ਹੋਇਆ ਇਵੇਂ ਸੀ ਕਿ ਵਿਮਲਾ ਦੇਵੀ ਅਕਸਰ ਕੰਮ ਕਰਦੇ ਹੋਏ ਆਪਣੇ ਪਿੰਡ ਦੇ ਲੋਕ ਗੀਤ ਗੁਣਗੁਣਾਇਆ ਕਰਦੀ ਸੀ ਅਤੇ ਇਨ੍ਹਾਂ ਗੀਤਾਂ ਨਾਲ ਜੁੜੀ ਆਪਣੀ ਬਚਪਨ ਦੀ ਯਾਦਾਂ ਤਾਜ਼ਾ ਕਰ ਲਿਆ ਕਰਦੀ ਸੀ। ਇੱਕ ਦਿਨ ਗੁੜੀਆ ਨੇ ਆਪਣੀ ਦਾਦੀ ਨੂੰ ਇਹ ਗੀਤ ਗਾਉਂਦੇ ਹੋਏ ਸੁਣ ਲਿਆ ਅਤੇ ਤੋਤੇ ਦੀ ਤਰ੍ਹਾਂ ਕੁਝ ਸ਼ਬਦਾਂ ਨੂੰ ਰੱਟ ਲਿਆ, ਜਿਸ ਕਾਰਨ ਵੱਡੀ ਨੂੰਹ ਨੇ ਇੰਨਾ ਵੱਡਾ ਹੰਗਾਮਾ ਖੜਾ ਕਰ ਦਿੱਤਾ। ਦਰਅਸਲ ਇਹ ਮੁੱਦਾ ਤਾਂ ਸਿਰਫ ਇੱਕ ਬਹਾਨਾ ਸੀ ਆਪਣੀ ਸੱਸ ਪਰ ਰੋਹਬ ਜਮਾ ਕੇ ਰੱਖਣੇ ਦੇ ਲਈ। ਨੂੰਹ ਜਾਣਦੀ ਸੀ ਕਿ ਉਸਦੀ ਸੱਸ ਬਿਲਕੁਲ ਸਿੱਧੀ ਸਾਦੀ ਹੈ, ਇਸ ਲਈ ਉਹਨਾਂ ਨੂੰ ਦਬਾ ਕੇ ਰੱਖਣੇ ਦੇ ਲਈ ਉਹ ਆਏ ਦਿਨ ਕੋਈ ਨਾ ਕੋਈ ਮੁੱਦਾ ਉਠਾ ਕੇ ਝਗੜਾ ਸ਼ੁਰੂ ਕਰ ਦਿੰਦੀ ਸੀ ਅਤੇ ਰਾਮ ਨੂੰ ਹਮੇਸ਼ਾ ਆਪਣੀ ਪਤਨੀ ਦੀ ਗੱਲਾਂ ਹੀ ਸਹੀ ਲੱਗਦੀ ਸੀ। ਹੁਣ ਤਾਂ ਆਪਣੀ ਜੇਠਾਣੀ ਦੇ ਦੇਖਾ ਦੇਖੀ ਛੋਟੀ ਨੂੰ ਵੀ ਆਪਣੀ ਸੱਸ ਦੀ ਬਿਲਕੁਲ ਇੱਜ਼ਤ ਨਹੀਂ ਕਰਦੀ ਸੀ। ਪਰ ਪਤੀ ਦੀ ਮੌਤ ਦੇ ਬਾਅਦ ਵਿਮਲਾ ਜੀ ਚੁੱਪਚਾਪ ਰਹਿਣਾ ਹੀ ਸਹੀ ਸਮਝਦੀ ਸੀ। ਵੈਸੇ ਇਹ ਪਹਿਲੀ ਵਾਰ ਨਹੀਂ ਸੀ ਜਦ ਵਿਮਲਾ ਜੀ ਨੂੰ ਘੱਟ ਪੜ੍ਹਾ ਲਿਖਾ ਹੋਣੇ ਦੇ ਕਾਰਨ ਗੱਲਾਂ ਸੁਣਨੇ ਨੂੰ ਮਿਲੀ ਹੋ। ਕਾਰਨ ਇਹ ਸੀ ਕਿ ਵਿਮਲਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹੀ ਸੀ, ਜਿੱਥੇ ਅੰਗਰੇਜ਼ੀ ਵਿਸ਼ੇ ਪਰ ਕੁਝ ਖਾਸ ਧਿਆਨ ਨਹੀਂ ਦਿੱਤਾ ਜਾਂਦਾ। ਉੱਪਰ ਤੋਂ ਪਿੰਡ ਵਿੱਚ ਰਹਿਣੇ ਦੇ ਕਾਰਨ ਉਸਦੀ ਭਾਸ਼ਾ ਪੇਂਡੂ ਸ਼ਬਦਾਂ ਤੋਂ ਪ੍ਰਭਾਵਿਤ ਸੀ। ਵਿਆਹ ਦੇ ਬਾਅਦ ਕੁਝ ਸਾਲਾਂ ਤੱਕ ਉਹਨਾਂ ਨੂੰ ਆਪਣੀ ਨਣਦ ਤੋਂ ਪੇਂਡੂ ਅਤੇ ਗਵਾਰ ਹੋਣੇ ਦੇ ਤਾਨੇ ਮਿਲਦੇ ਰਹਿੰਦੇ ਸੀ। ਪਰ ਜਦ ਪੜ੍ਹੇ ਲਿਖੇ ਅਤੇ ਨੌਕਰੀ ਪੇਸ਼ਾ ਮਾਂ-ਬਾਪ ਦੀ ਬੇਟੀ ਸੋਨੀਆ ਵਿਮਲਾ ਜੀ ਦੀ ਨੂੰਹ ਬਣ ਕੇ ਘਰ ਵਿੱਚ ਆਈ, ਉਸਦੇ ਬਾਅਦ ਤੋਂ ਐਸੇ ਤਾਨੇ ਦੇਣੇ ਦਾ ਮੋਰਚਾ ਨੂੰਹ ਨੇ ਸੰਭਾਲ ਲਿਆ। ਇੰਨੇ ਸਾਲਾਂ ਤੋਂ ਲਗਾਤਾਰ ਅਪਮਾਨਜਨਕ ਸ਼ਬਦ ਸੁਣਦੇ ਵਿਮਲਾ ਜੀ ਦਾ ਆਤਮ ਵਿਸ਼ਵਾਸ ਵੀ ਬਹੁਤ ਘੱਟ ਹੋ ਗਿਆ ਸੀ। ਹੁਣ ਉਹਨਾਂ ਨੂੰ ਕਿਸੇ ਨਾਲ ਗੱਲ ਕਰਨੇ ਵਿੱਚ ਵੀ ਝਿਜਕ ਹੁੰਦੀ ਸੀ। ਕਦੀ ਉਹ ਖੁਦ ਤੋਂ ਹੀ ਪੁੱਛ ਬੈਠਦੀ ਸੀ, ਕਿਆ ਮੈਂ ਸੱਚਮੁੱਚ ਪੜ੍ਹੀ ਲਿਖੀ ਨਹੀਂ ਹਾਂ? ਕਿਆ ਮੈਂ ਅਨਪੜ੍ਹ ਹਾਂ? ਛੋਟੇ ਜਿਹੇ ਪਿੰਡ ਦੇ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਵਿਮਲਾ ਦੇਵੀ, ਜਿਸ ਦੇ ਜਨਮ ਪਰ ਦਾਦੀ ਫੁੱਟ ਕੇ ਰੋਈ ਸੀ।
ਕਿਉਂਕਿ 2 ਬੇਟੀਆਂ ਦੇ ਬਾਅਦ ਤੀਸਰੀ ਬੇਟੀ ਦਾ ਵੀ ਬੋਝ ਪੈ ਗਿਆ ਸੀ ਪਰਿਵਾਰ ਪਰ। ਘਰ ਦੀ ਮੁਖੀਆ ਦਾਦੀ ਸੀ। ਪਿਤਾ ਜੀ ਦਾਦੀ ਦੀ ਹਰ ਗੱਲ ਮੰਨਦੇ ਸੀ ਤਾਂ ਮਾਂ ਦਾ ਜੀਵਨ ਵੀ ਦਾਦੀ ਦੇ ਇਸ਼ਾਰਿਆਂ ਪਰ ਹੀ ਚੱਲਦਾ ਸੀ। ਮਾਂ ਨੂੰ ਕੁਝ ਕਹਿਣੇ ਦਾ ਅਧਿਕਾਰ ਕਦੀ ਸੀ ਹੀ ਨਹੀਂ। ਮਾਂ ਪਿਤਾ ਜੀ ਨੂੰ ਉਹੀ ਕਰਨਾ ਹੁੰਦਾ ਸੀ ਜੋ ਦਾਦੀ ਕਹਿੰਦੀ ਸੀ। ਤਾਂ ਤਿੰਨਾਂ ਭੈਣਾਂ ਦਾ ਜੀਵਨ ਵੀ ਦਾਦੀ ਦੇ ਹੀ ਇਸ਼ਾਰਿਆਂ ਪਰ ਚੱਲਣ ਲੱਗਾ। ਪੜ੍ਹ ਲਿਖ ਕੇ ਆਪਣੇ ਪੈਰਾਂ ਪਰ ਖੜਾ ਹੋਣਾ ਵਿਮਲਾ ਦਾ ਬਚਪਨ ਤੋਂ ਹੀ ਸੁਪਨਾ ਸੀ। ਪਰ ਪਿੰਡ ਦੇ ਸਰਕਾਰੀ ਸਕੂਲ ਤੋਂ 10ਵੀਂ ਪਾਸ ਕਰਦੇ ਹੀ ਦਾਦੀ ਦਾ ਫਰਮਾਨ ਆ ਗਿਆ ਕਿ ਪੜ੍ਹਾਈ ਲਿਖਾਈ ਬੰਦ ਕਰਕੇ ਹੁਣ ਘਰ ਦੇ ਕੰਮ ਕਰੋ। ਪਰ ਮੈਂ ਪੜ੍ਹਨਾ ਚਾਹੁੰਦੀ ਹਾਂ ਪਿਤਾ ਜੀ, ਕੁਝ ਕਰਕੇ ਦਿਖਾਣਾ ਚਾਹੁੰਦੀ ਹਾਂ, ਵਿਮਲਾ ਨੇ ਕਿਹਾ। ਤਾਂ ਰੋਬ ਭਰੇ ਸਵਰ ਵਿੱਚ ਦਾਦੀ ਬੋਲੀ, ਥੋੜ੍ਹਾ ਜਿਹਾ ਪੜ੍ਹ ਲਿਖ ਗਈ ਹੋ ਤਾਂ ਸਿਰ ਪਰ ਬੈਠ ਗਈ ਹੋ, ਅਤੇ ਜ਼ਿਆਦਾ ਪੜ੍ਹ ਗਈ ਉਦੋਂ ਤਾਂ ਕੈਂਚੀ ਦੀ ਤਰ੍ਹਾਂ ਜ਼ੁਬਾਨ ਲੜਾਓਗੀ। ਜਾਣੇ ਕਿਆ ਕਿਆ ਦੇਖਣਾ ਪੈ ਜਾਏਗਾ ਸਾਨੂੰ। ਹੁਣ ਘਰ ਬੈਠ ਕੇ ਸਿਲਾਈ ਕਢਾਈ ਸਿੱਖੋ। ਵਿਮਲਾ ਦੇ ਤਮਾਮ ਵਿਰੋਧ ਦੇ ਬਾਵਜੂਦ ਪਿਤਾ ਨੇ ਉਹੀ ਕੀਤਾ ਜੋ ਦਾਦੀ ਨੇ ਕਿਹਾ। ਵਿਮਲਾ ਨੇ ਪੜ੍ਹ ਲਿਖ ਕੇ ਆਤਮ ਨਿਰਭਰ ਬਣਨੇ ਦੀ ਗੱਲ ਕੀਤੀ ਤਾਂ ਇਸ ਗੱਲ ਨੂੰ ਇਹ ਕਹਿ ਕੇ ਰਫਾ ਦਫਾ ਕਰ ਦਿੱਤਾ ਗਿਆ ਕਿ ਹੁਣ ਆਪਣੇ ਘਰ ਵਿੱਚ ਹੀ ਪੜ੍ਹਨਾ ਲਿਖਣਾ ਅਤੇ ਆਤਮ ਨਿਰਭਰ ਬਣਨਾ। ਵਿਮਲਾ ਹੈਰਾਨ ਰਹਿ ਗਈ ਸੀ ਇਹ ਸੋਚ ਕੇ ਕਿ ਇਹ ਕਿਸ ਦਾ ਘਰ ਹੈ ਜਿੱਥੇ ਮੈਂ ਜਨਮ ਲਿਆ, ਜਿੱਥੇ ਮੈਂ ਹੁਣ ਰਹਿ ਰਹੀ ਹਾਂ। ਪਰ ਪੜ੍ਹਾਈ ਲਿਖਾਈ ਦੀ ਜਿੱਦ ਸੀ ਵਿਮਲਾ ਵਿੱਚ, ਤਾਂ ਆਪਣੀ ਸਹੇਲੀਆਂ ਤੋਂ ਹੀ ਕਿਤਾਬਾਂ ਮੰਗ ਕੇ ਲੈ ਆਉਂਦੀ ਅਤੇ ਲੁਕ ਛੁਪ ਕੇ ਪੜ੍ਹਾਈ ਕਰ ਲੈਂਦੀ। ਭਲੇ ਹੀ 12ਵੀਂ ਪਾਸ ਨਾ ਕਰ ਸਕੀ, ਪਰ 12ਵੀਂ ਤੱਕ ਦਾ ਗਿਆਨ ਉਸਨੇ ਹਾਸਿਲ ਕਰ ਲਿਆ ਸੀ। ਸਿਰਫ 18 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਬੜੇ ਸ਼ਹਿਰ ਦੇ ਇੱਕ ਪਰਿਵਾਰ ਦੇ 30 ਸਾਲ ਦੇ ਮੁੰਡੇ ਨਾਲ ਕਰ ਦਿੱਤਾ ਗਿਆ। ਵਿਮਲਾ ਦੇ ਸਾਰੇ ਖ਼ੁਆਬ ਟੁੱਟ ਚੁੱਕੇ ਸੀ। ਜਦ ਸਹੁਰੇ ਘਰ ਆਈ ਤਾਂ ਉਸਨੇ ਦੇਖਿਆ ਕਿ ਪੜ੍ਹੀ ਲਿਖੀ ਜੇਠਾਣੀ ਅਤੇ ਗ੍ਰੈਜੂਏਟ ਪਾਸ ਨਣਦ ਉਸ ਨੂੰ ਆਪਣੇ ਤੋਂ ਨੀਵਾਂ ਸਮਝਦੀ ਸੀ। ਜਦ ਵੀ ਉਹ ਕੁਝ ਬੋਲਦੀ ਤਾਂ ਉਸ ਨੂੰ ਸੁਣਨੇ ਨੂੰ ਮਿਲਦਾ, ਇਹ ਕੈਸੀ ਪੇਂਡੂ ਭਾਸ਼ਾ ਵਿੱਚ ਗੱਲ ਕਰਦੀ ਹੋ। ਜੇਠਾਣੀ ਨੂੰ ਸਹੇਲੀਆਂ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਗੱਲਾਂ ਕਰਦੇ ਦੇਖਿਆ ਤਾਂ ਫਿਰ ਤੋਂ ਪੜ੍ਹਾਈ ਦੀ ਇੱਛਾ ਜਾਗੀ ਅਤੇ ਪਤੀ ਨੂੰ 12ਵੀਂ ਦੀ ਪ੍ਰੀਖਿਆ ਦਿਲਵਾਉਣੇ ਦੇ ਲਈ ਕਿਹਾ। ਪਤੀ ਦੇਵ ਨੇ ਫਾਰਮ ਭਰਾ ਦਿੱਤਾ ਅਤੇ 12ਵੀਂ ਦੀ ਪ੍ਰੀਖਿਆ ਵੀ ਦਿਲਵਾ ਦਿੱਤੀ। 12ਵੀਂ ਵਿੱਚ ਪਾਸ ਹੋਣੇ ਦੇ ਬਾਅਦ ਮਨ ਖੁਸ਼ ਹੋ ਗਿਆ ਕਿ ਅੱਗੇ ਪੜ੍ਹਨੇ ਦਾ ਮੌਕਾ ਮਿਲੇਗਾ ਤਾਂ ਸ਼ਾਇਦ ਹੁਣ ਖ਼ੁਆਬ ਪੂਰੇ ਹੋ ਜਾਣਗੇ। ਪਰ ਫਾਰਮ ਭਰਨੇ ਦਾ ਸਮੇਂ ਆਇਆ ਤਾਂ ਪਤਾ ਚੱਲਿਆ ਕਿ ਉਹ ਮਾਂ ਬਣਨੇ ਵਾਲੀ ਹੈ। ਸੱਸ ਮਾਂ ਨੇ ਸਾਫ਼-ਸਾਫ਼ ਹਦਾਇਤ ਦੇ ਦਿੱਤੀ ਕਿ ਹੁਣ ਘਰ ਬੈਠ ਕੇ ਗ੍ਰਸਤੀ ਸੰਭਾਲੋ, ਪੜ੍ਹਨੇ ਲਿਖਣੇ ਦਾ ਸਮੇਂ ਹੁਣ ਨਿਕਲ ਚੁੱਕਿਆ ਹੈ। ਵੱਡਾ ਪੁੱਤ ਰਾਮ ਪੈਦਾ ਹੋਇਆ ਤਾਂ 1 ਸਾਲ ਦੇ ਬਾਅਦ ਛੋਟਾ ਪੁੱਤ ਲਕਸ਼ਮਣ ਵੀ ਇਸ ਦੁਨੀਆ ਵਿੱਚ ਆ ਗਿਆ। ਤਾਂ ਪਤੀ ਦੇਵ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਬੱਚੇ ਵੱਡੇ ਹੋ ਜਾਣ ਫਿਰ ਤੇਰੇ ਕੋਲ ਸਮੇਂ ਹੀ ਸਮੇਂ ਹੋਵੇਗਾ, ਫਿਰ ਤੂੰ ਸਾਰੇ ਖ਼ੁਆਬ ਪੂਰੇ ਕਰ ਲੈਣਾ। ਵਿਮਲਾ ਨੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਈ। ਪਤੀ ਦਾ ਪ੍ਰਮੋਸ਼ਨ ਅਤੇ ਬੱਚਿਆਂ ਦੀ ਸਫਲਤਾ ਵਿੱਚ ਉਸਦਾ ਸਭ ਤੋਂ ਬੜਾ ਹੱਥ ਸੀ। ਸਭ ਨੂੰ ਤਰੱਕੀ ਦੇ ਆਸਮਾਨ ਪਰ ਲੈ ਜਾਣੇ ਵਾਲੀ ਪੌੜੀ ਬਣੀ ਸੀ ਵਿਮਲਾ। ਹੌਲੀ-ਹੌਲੀ ਆਪਣੇ ਖ਼ੁਆਬਾਂ ਨੂੰ ਤਾਂ ਜਿਵੇਂ ਭੁਲਾ ਹੀ ਦਿੱਤਾ ਉਸਨੇ। ਅੱਜ ਜਦ ਵਿਮਲਾ ਨੇ ਪੁੱਤ ਨੂੰ ਦੇ ਮੂੰਹ ਤੋਂ ਵੀ ਅਪਮਾਨਜਨਕ ਗੱਲਾਂ ਸੁਣੀ ਤਾਂ ਉਸਦਾ ਧੀਰਜ ਜਵਾਬ ਦੇ ਗਿਆ। ਇਕੱਲੇ ਵਿੱਚ ਜਾ ਕੇ ਖੂਬ ਰੋਈ, ਪਰ ਫਿਰ ਖੁਦ ਨੂੰ ਸੰਭਾਲਦੇ ਹੋਏ ਹਮੇਸ਼ਾ ਦੀ ਤਰ੍ਹਾਂ ਆਪਣੇ ਕੰਮ ਵਿੱਚ ਵਿਅਸਤ ਹੋ ਗਈ। ਸ਼ਾਮ ਨੂੰ ਵਿਮਲਾ ਖਰੀਦਦਾਰੀ ਕਰਨੇ ਦੇ ਲਈ ਬਾਜ਼ਾਰ ਗਈ ਤਾਂ ਭੀੜ ਵਿੱਚ ਤੋਂ ਅਚਾਨਕ ਇੱਕ ਆਵਾਜ਼ ਉਸਦੇ ਕੰਨਾਂ ਨਾਲ ਟਕਰਾਈ, ਵਿਮਲਾ, ਓ ਵਿਮਲਾ। ਵਿਮਲਾ ਨੂੰ ਇਹ ਆਵਾਜ਼ ਕੁਝ ਜਾਣੀ ਪਹਿਚਾਣੀ ਲੱਗੀ। ਫਿਰ ਵਿਮਲਾ ਬੋਲੀ, ਰੋਸ਼ਨੀ। ਪਿੱਛੇ ਮੁੜ ਕੇ ਦੇਖਿਆ ਤਾਂ ਰੋਸ਼ਨੀ ਹੀ ਖੜੀ ਸੀ। ਇੰਨੇ ਸਾਲਾਂ ਬਾਅਦ ਆਪਣੀ ਬਚਪਨ ਦੀ ਸਹੇਲੀ ਨਾਲ ਮਿਲ ਕੇ ਵਿਮਲਾ ਦਾ ਚਿਹਰਾ
ਖੁਸ਼ੀ ਨਾਲ ਖਿਲ ਉੱਠਿਆ। ਉਹ ਬੱਚਿਆਂ ਦੀ ਤਰ੍ਹਾਂ ਚਹਿਕ ਉੱਠੀ। ਚੱਲ ਕੋਲ ਦੇ ਰੈਸਟੋਰੈਂਟ ਵਿੱਚ ਬੈਠਦੇ ਹਾਂ, ਰੋਸ਼ਨੀ ਨੇ ਕਿਹਾ। ਤਾਂ ਵਿਮਲਾ ਬੋਲੀ, ਇੰਨੇ ਸਾਲਾਂ ਬਾਅਦ ਤੂੰ ਇੱਥੇ ਇਸ ਸ਼ਹਿਰ ਵਿੱਚ ਮਿਲੇਂਗੀ, ਮੈਨੂੰ ਤਾਂ ਅੰਦਾਜ਼ਾ ਹੀ ਨਹੀਂ ਸੀ। ਤਾਂ ਰੋਸ਼ਨੀ ਨੇ ਕਿਹਾ, ਵਿਮਲਾ ਮੇਰੀ ਇੱਥੇ ਦੇ ਗਰਲਜ਼ ਕਾਲਜ ਵਿੱਚ ਪ੍ਰਿੰਸੀਪਲ ਦੇ ਤੌਰ ਪਰ ਪੋਸਟਿੰਗ ਹੋਈ ਹੈ, ਇਸ ਲਈ ਮੇਰੇ ਪਤੀ ਨੇ ਵੀ ਇੱਥੇ ਹੀ ਬਦਲੀ ਕਰਵਾ ਲਈ ਅਤੇ ਬੱਚੇ ਵੀ ਹੁਣ ਸੈਟਲ ਹੋ ਗਏ ਹਨ, ਦੋਵੇਂ ਚੰਗੀ ਨੌਕਰੀ ਕਰ ਰਹੇ ਹਨ। ਤੂੰ ਸੁਣਾ, ਤੂੰ ਅੱਜ ਕੱਲ੍ਹ ਕਿਆ ਕਰ ਰਹੀ ਹੈ? ਵਿਮਲਾ, ਬਹੁਤ ਬੜੇ ख्वाब ਸੀ ਤੇਰੇ, ਕਿਤੇ ਨੌਕਰੀ ਕਰ ਰਹੀ ਹੋ ਜਾਂ ਬਿਜ਼ਨਸ? ਰੋਸ਼ਨੀ ਦੁਆਰਾ ਪੁੱਛੇ ਗਏ ਇਸ ਪ੍ਰਸ਼ਨ ਪਰ ਵਿਮਲਾ ਅਚਾਨਕ ਠਿਠਕ ਗਈ। ਚਿਹਰੇ ਪਰ ਨਿਰਾਸ਼ਾ ਦੇ ਭਾਵ ਘਿਰ ਆਏ ਅਤੇ ਸੋਚਣ ਲੱਗੀ ਕਿ ਕਿਆ ख्वाब ਵੀ ਸੀ ਮੇਰੇ? ਫਿਰ ਯਾਦ ਆਇਆ, ਹਾਂ, ख्वाब ਤਾਂ ਬਹੁਤ ਬੜੇ ਬੜੇ ਸੀ ਮੇਰੀ ਇਹਨਾਂ ਅੱਖਾਂ ਵਿੱਚ। ਸੋਚਦੇ ਸੋਚਦੇ ਅੱਖਾਂ ਹੰਝੂਆਂ ਨਾਲ ਭਰ ਆਈ ਅਤੇ ਰੁੱਧੇ ਗਲੇ ਨਾਲ ਬੋਲੀ, ख्वाब ਪੂਰੇ ਕਰਨੇ ਵਾਲੇ ਪਤੀ ਹੀ ਹੁਣ ਨਾ ਰਹੇ। ਰੋਸ਼ਨੀ 6 ਮਹੀਨੇ ਪਹਿਲਾਂ ਹੀ ਮੈਨੂੰ ਇਕੱਲਾ ਛੱਡ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਹ ਗੱਲ ਸੁਣ ਕੇ ਰੋਸ਼ਨੀ ਨੂੰ ਝਟਕਾ ਲੱਗਾ। ਵਿਮਲਾ ਦੀ ਅੱਖਾਂ ਤੋਂ ਹੰਝੂ ਪੂੰਝਦੇ ਹੋਏ ਰੋਸ਼ਨੀ ਉਸਦੇ ਗਲੇ ਲੱਗ ਗਈ। ਕੁਝ ਦੇਰ ਬਾਅਦ ਰੋਸ਼ਨੀ ਨੇ ਪੁੱਛਿਆ, ਤਾਂ ਆਤਮ ਨਿਰਭਰ ਬਣਨੇ ਦੇ ਬਾਰੇ ਵਿੱਚ ਸੋਚਿਆ ਕਿਉਂ ਨਹੀਂ ਤੂੰ? ਆਪਣੀ ਪੜ੍ਹਾਈ ਕਰਕੇ ਅਧਿਆਪਕ ਬਣਨਾ ਚਾਹੁੰਦੀ ਸੀ ਮੈਂ। ਵਿਆਹ ਤੋਂ ਪਹਿਲਾਂ ਦਾਦੀ ਦੇ ਹਿਸਾਬ ਨਾਲ ਜ਼ਿੰਦਗੀ ਚੱਲਦੀ ਸੀ। ਵਿਆਹ ਦੇ ਬਾਅਦ ਸੱਸ ਨੇ ਚੁੱਲ੍ਹਾ ਚੌਕਾ ਸੰਭਾਲਣੇ ਨੂੰ ਕਹਿ ਦਿੱਤਾ ਅਤੇ ਹੁਣ ਪੁੱਤਾਂ ਦਾ ਵਿਆਹ ਹੋ ਜਾਣੇ ਦੇ ਬਾਅਦ ਨੂੰਹਾਂ ਦੇ ਇਸ਼ਾਰਿਆਂ ਪਰ ਨੱਚ ਰਹੀ ਹਾਂ। ਨੂੰਹਾਂ ਨੌਕਰੀ ਕਰ ਰਹੀ ਹਨ ਤਾਂ ਮੈਂ ਅੱਜ ਤੱਕ ਘਰ ਦਾ ਚੁੱਲ੍ਹਾ ਚੌਕਾ ਹੀ ਸੰਭਾਲ ਰਹੀ ਹਾਂ। ਉੱਪਰ ਤੋਂ ਅਨਪੜ੍ਹ ਗਵਾਰ ਦਾ ਦਾਗ ਮੇਰੇ ਸਿਰ ਪਰ ਲੱਗਿਆ ਹੈ, ਉਹ ਅਲੱਗ। ਅਤੇ ਹੁਣ ਤਾਂ ਉਮਰ ਵੀ ਬੀਤ ਗਈ ਹੈ। ਇਸ ਉਮਰ ਵਿੱਚ ਤਾਂ ਮੈਂ ਪੜ੍ਹਾਈ ਨਹੀਂ ਕਰ ਸਕਦੀ ਨਾ। ख्वाब ਪੂਰੇ ਨਾ ਕਰ ਪਾਉਣੇ ਦੀ ਸਾਲਾਂ ਪੁਰਾਣੀ ਇੱਛਾ ਅੱਜ ਵਿਮਲਾ ਦੇ ਹੰਝੂਆਂ ਦੇ ਜ਼ਰੀਏ ਬਾਹਰ ਆ ਨਿਕਲੀ। ਰੋਸ਼ਨੀ ਹੈਰਾਨ ਰਹਿ ਗਈ ਅਤੇ ਹੈਰਾਨੀ ਨਾਲ ਉਸ ਨੂੰ ਦੇਖਦੀ ਰਹੀ। ਫਿਰ ਅਚਾਨਕ ਗੁੱਸੇ ਵਿੱਚ ਬੋਲੀ, ਕਿਉਂ, ਹੁਣੇ ਕਿਹੜਾ ਸਮੇਂ ਬੀਤ ਗਿਆ ਅਤੇ ਕਿਆ ਹੋਇਆ ਹੈ ਤੇਰੀ ਉਮਰ ਨੂੰ? ਪਰ ਰੋਸ਼ਨੀ, ਹੁਣ ਆਪਣੇ ख्वाब ਪੂਰੇ ਕਰਨ ਨਿਕਲੂੰਗੀ ਤਾਂ ਸਭ ਤੋਂ ਪਹਿਲਾਂ ਆਪਣੇ ਹੀ ਘਰ ਦੇ ਲੋਕ ਮੇਰੇ ਪਰ ਹੱਸਣਗੇ ਅਤੇ ਬਦਨਾਮੀ ਹੋਵੇਗੀ, ਉਹ ਅਲੱਗ। ਵਿਮਲਾ, ਤੂੰ ਤਾਂ ਐਸੀ ਨਹੀਂ ਸੀ। ਮੇਰੀ ਸਹੇਲੀ ਵਿਮਲਾ ਤਾਂ ਕਦੀ ਹਾਰ ਨਹੀਂ ਮੰਨਦੀ ਸੀ। ਮੇਰੀ ਗੱਲ ਧਿਆਨ ਨਾਲ ਸੁਣ। ਲੋਕ ਇੱਕ ਦਿਨ ਹੱਸਣਗੇ, ਦੂਸਰੇ ਦਿਨ ਬੋਲਣਗੇ, ਤੀਸਰੇ ਦਿਨ ਭੁੱਲ ਜਾਣਗੇ। ਤੂੰ ਲੋਕਾਂ ਦੀ ਨਾ ਸੋਚ, ਤੂੰ ਉਹ ਕਰ ਜੋ ਤੈਨੂੰ ਕਰਨਾ ਹੈ, ਜੋ ਤੈਨੂੰ ਖੁਸ਼ੀ ਦਿੰਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਜ਼ਿੰਦਗੀ ਤੇਰੀ ਹੈ, ਲੋਕਾਂ ਦੀ ਨਹੀਂ। ਵਿਮਲਾ ਆਪਣੇ ਅੰਦਰ ਦੀ ਉਸ ਚੁਲਬੁਲੀ ਅਤੇ ਬੇਬਾਕ ਕੁੜੀ ਨੂੰ ਜਗਾ ਜੋ ਆਪਣੀ ਦਾਦੀ ਦੇ ਸਾਹਮਣੇ ਵੀ ਬੋਲਣੇ ਦੀ ਹਿੰਮਤ ਰੱਖਦੀ ਸੀ। ਤੂੰ ਅੱਜ ਵੀ ਉਹ ਸਭ ਕੁਝ ਕਰ ਸਕਦੀ ਹੈ ਜੋ ਉਸ ਸਮੇਂ ਕਰ ਸਕਦੀ ਸੀ। ਹੋ ਸਕਦਾ ਹੈ ਪਹਿਲੀ ਵਾਰ ਵਿੱਚ ਸਫਲਤਾ ਨਾ ਮਿਲੇ, ਪਰ ਤੂੰ ਹਿੰਮਤ ਰੱਖ ਕੇ ਡਟੀ ਰਹਿਣਾ, ਹਾਰ ਕਦੀ ਨਾ ਮੰਨਣਾ। ਸਫਲਤਾ ਤੇਰੇ ਕਦਮ ਚੁੰਮੇਗੀ। ਰੋਸ਼ਨੀ ਨੇ ਵਿਮਲਾ ਨੂੰ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ ਅਤੇ ਬੋਲੀ, ਜਦ ਤੈਨੂੰ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੋ ਤਾਂ ਮੇਰੇ ਨਾਲ ਆ ਕੇ ਮਿਲ ਲੈਣਾ। ਮੈਂ ਤੇਰੇ ਲਈ ਕਾਲਜ ਵਿੱਚ ਸਪੈਸ਼ਲ ਕਲਾਸਾਂ ਦਾ ਇੰਤਜ਼ਾਮ ਕਰਵਾ ਦੇਵਾਂਗੀ। ਸਹੇਲੀ ਦੀ ਗੱਲਾਂ ਨੇ ਜਿਵੇਂ ਵਿਮਲਾ ਵਿੱਚ ਜਿਵੇਂ ਨਵੀਂ ਹਿੰਮਤ ਦਾ ਸੰਚਾਰ ਕਰ ਦਿੱਤਾ। ਉਸ ਨੂੰ ਐਸਾ ਲੱਗਾ ਜਿਵੇਂ ਕਿਸੇ ਨੇ ਉਸ ਨੂੰ ਗਹਿਰੀ ਨੀਂਦ ਤੋਂ ਜਗਾਇਆ ਹੋ। ਜਿਵੇਂ ਜਿਵੇਂ ਉਹ ਘਰ ਦੀ ਤਰਫ ਵੱਧਦੀ ਜਾ ਰਹੀ ਸੀ, ਉਸਦੇ ਦਿਲ ਵਿੱਚ ਆਪਣੇ ਵਜੂਦ ਦੀ ਪਹਿਚਾਣ ਬਣਾਉਣੇ ਦੇ ਲਈ ਤੜਫ ਵੀ ਵੱਧਦੀ ਜਾ ਰਹੀ ਸੀ। ਇਹੀ ਸਮੇਂ ਹੈ ਆਪਣੇ ख्वाबां ਨੂੰ ਪੰਖ ਲਗਾਉਣੇ ਦਾ। ਸੋਚਦੇ ਹੋਏ ਵਿਮਲਾ ਨੇ ਘਰ ਦਾ ਪ੍ਰਵੇਸ਼ ਦੁਆਰ ਖੋਲ੍ਹਿਆ। ਸਾਹਮਣੇ ਦੇਖਿਆ ਦੋਵੇਂ ਪੁੱਤ ਰਾਮ ਅਤੇ ਲਕਸ਼ਮਣ ਘਰ ਪਹੁੰਚ ਚੁੱਕੇ ਸੀ ਅਤੇ ਨੂੰਹਾਂ ਰਸੋਈ ਘਰ ਵਿੱਚ ਖਾਣਾ ਪਕਾ ਰਹੀ ਸੀ।
ਸ਼ੋਪਿੰਗ ਬੈਗ ਨੂੰ ਇੱਕ ਤਰਫ ਰੱਖਦੇ ਹੋਏ ਵਿਮਲਾ ਨੇ ਉਸੇ ਸਮੇਂ ਗੱਲ ਕਰਨੇ ਦੀ ਠਾਨੀ ਅਤੇ ਆ ਕੇ ਸਭ ਦੇ ਨਾਲ ਬੈਠ ਗਈ। ਦੋਵੇਂ ਨੂੰਹਾਂ ਬਾਹਰ ਆ ਗਈ। ਚੰਗਾ ਹੋਇਆ ਤੁਸੀਂ ਸਾਰੇ ਇੱਥੇ ਹੀ ਬੈਠੇ ਹੋ। ਮੈਨੂੰ ਤੁਸੀਂ ਲੋਕਾਂ ਨਾਲ ਕੁਝ ਗੱਲ ਕਰਨੀ ਹੈ, ਵਿਮਲਾ ਨੇ ਕਿਹਾ। ਦੋਵੇਂ ਪੁੱਤ ਵਿਮਲਾ ਜੀ ਦੀ ਗੱਲ ਸੁਣ ਕੇ ਕੁਝ ਹੈਰਾਨ ਜਿਹੇ ਹੋਏ ਅਤੇ ਬੋਲੇ, ਕਿਆ ਹੋਇਆ ਮਾਂ, ਕਿਆ ਗੱਲ ਕਰਨੀ ਹੈ? ਬਹੁਤ ਸਾਲਾਂ ਤੋਂ ਮੇਰੇ ਕੁਝ ਖੁਆਬ ਸੀ ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਚਾਹੁੰਦੀ ਸੀ। ਮੈਨੂੰ ਲੱਗਦਾ ਹੈ ਹੁਣ ਵਕਤ ਆ ਗਿਆ ਹੈ, ਵਿਮਲਾ ਜੀ ਬੋਲੀ। ਤਾਂ ਰਾਮ ਨੇ ਕਿਹਾ, ਮਾਂ ਸਾਫ਼-ਸਾਫ਼ ਦੱਸੋ ਕਿਆ ਕਹਿਣਾ ਚਾਹੁੰਦੀ ਹੋ? ਮੈਂ ਤੈਅ ਕਰ ਲਿਆ ਹੈ, ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਵਿਮਲਾ ਨੇ ਆਪਣੀ ਗੱਲ ਰੱਖੀ ਤਾਂ ਸਭ ਹੈਰਾਨ ਹੋ ਗਏ। ਮੰਦਿਰ ਅਤੇ ਸਤਸੰਗ ਦੇ ਇਲਾਵਾ ਇਹ ਕਿਹੜਾ ਨਵਾਂ ਸ਼ੌਂਕ ਪਾਲ ਲਿਆ ਤੁਸੀਂ ਸਾਸੂ ਮਾਂ? ਇਹ ਵੀ ਕੋਈ ਪੜ੍ਹਾਈ ਕਰਨੇ ਦੀ ਉਮਰ ਹੈ? ਕੁਝ ਤਾਂ ਸੋਚ ਕੇ ਬੋਲਿਆ ਕਰੋ, ਨੂੰਹ ਬੋਲੀ। ਮਾਂ ਤੁਸੀਂ ਠੀਕ ਤਾਂ ਹੋ? ਇਹ ਕੈਸੀ ਬਹਿਕੀ ਗੱਲਾਂ ਕਰ ਰਹੀ ਹੋ ਅੱਜ? ਗੁੱਸੇ ਵਿੱਚ ਵੱਡਾ ਪੁੱਤ ਰਾਮ ਬੋਲਿਆ। ਹਾਂ ਮੈਂ ਬਿਲਕੁਲ ਠੀਕ ਹਾਂ। ਅਤੇ ਇਹ ਕਿਆ ਤਰੀਕਾ ਹੋਇਆ ਗੱਲ ਕਰਨੇ ਦਾ ਰਾਮ? ਆਖਿਰ ਮੇਰੇ ਵੀ ਕੁਝ ਸੁਪਨੇ ਸੀ, ਕੁਝ ਅਰਮਾਨ ਸੀ ਮੇਰੇ ਦਿਲ ਵਿੱਚ, ਅਤੇ ਜੇਕਰ ਮੈਂ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤਾਂ ਇਸ ਵਿੱਚ ਗਲਤ ਹੀ ਕਿਆ ਹੈ, ਇਸ ਵਿੱਚ ਸਹੀ ਵੀ ਕਿਆ ਹੈ? ਮਾਂ, ਲਕਸ਼ਮਣ ਦੀ ਆਵਾਜ਼ ਆਈ। ਤੁਸੀਂ ਇਸ ਉਮਰ ਵਿੱਚ ਪੜ੍ਹਾਈ ਕਰਨੇ ਦੇ ਲਈ ਨਿਕਲੋਗੀ ਤਾਂ ਆਸ ਪੜੋਸ ਦੇ ਲੋਕ ਕਿਆ ਕਹਿਣਗੇ? ਅਤੇ ਫਿਰ ਮੇਰਾ ਸਸੁਰਾਲ ਵੀ ਤਾਂ ਇਸੀ ਸ਼ਹਿਰ ਵਿੱਚ ਹੈ, ਉੱਥੇ ਮੇਰੀ ਕਿਆ ਇੱਜ਼ਤ ਰਹਿ ਜਾਵੇਗੀ? ਅਤੇ ਮੇਰੇ ਦੋਸਤ, ਉਹ ਲੋਕ ਤਾਂ ਮੇਰੇ ਪਰ ਹੱਸਣਗੇ, ਮੇਰਾ ਮਜ਼ਾਕ ਉਡਾਉਣਗੇ। ਛੋਟੀ ਨੂੰਹ ਸੀਮਾ ਵੀ ਕਿੱਥੇ ਚੁੱਪ ਰਹਿਣੇ ਵਾਲੀ ਸੀ, ਤਾਨਾ ਕੱਸਦੇ ਹੋਏ ਬੋਲੀ, ਮਾਂ ਜੀ ਹੁਣੇ ਪਿਤਾ ਜੀ ਦੀ ਮੌਤ ਹੋਈ ਹੈ ਅਤੇ ਤੁਹਾਨੂੰ ਇਹ ਸਭ ਕਰਨੇ ਦੀ ਸੂਝ ਰਹੀ ਹੈ, ਅਤੇ ਜੇਕਰ ਇਹ ਸਭ ਕਾਰਨਾਮੇ ਕਰਨੇ ਹੀ ਹਨ ਤਾਂ ਕਿਤੇ ਹੋਰ ਜਾ ਕੇ ਕਰੋ, ਇਸ ਘਰ ਵਿੱਚ ਇਹ ਸਭ ਨਹੀਂ ਚੱਲੇਗਾ। ਪੁੱਤ ਨੂੰਹਾਂ ਆਪਣਾ ਫੈਸਲਾ ਸੁਣਾ ਕੇ ਆਪਣੇ ਆਪਣੇ ਕਮਰੇ ਵਿੱਚ ਚੱਲਦੇ ਬਣੇ। ਵਿਮਲਾ ਜੀ ਉੱਥੇ ਹੀ ਸੁੰਨ ਜਿਹੀ ਬੈਠੀ ਰਹਿ ਗਈ। ਪਰ ਇਸ ਵਾਰ ਉਹਨਾਂ ਦੇ ਬਾਗੀ ਮਨ ਨੇ ਪੁੱਤ ਨੂੰਹਾਂ ਦੇ ਫਰਮਾਨ ਨੂੰ ਮੰਨਣੇ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜੇਕਰ ਹੁਣ ਵੀ ਉਹ ਹਮੇਸ਼ਾ ਦੀ ਤਰ੍ਹਾਂ ਦਬ ਗਈ ਤਾਂ ਸਿਰਫ ਅਫਸੋਸ ਹੀ ਰਹਿ ਜਾਵੇਗਾ ਜ਼ਿੰਦਗੀ ਵਿੱਚ ਕਿ ਆਪਣੀ ਛੋਟੀ ਖਵਾਇਸ਼ਾਂ ਨੂੰ ਵੀ ਪੂਰਾ ਨਹੀਂ ਕਰ ਪਾਈ। ਅਗਲੇ ਦਿਨ ਸਵੇਰ ਤੱਕ ਵਿਮਲਾ ਜੀ ਨੇ ਸੋਚ ਲਿਆ ਕਿ ਉਹਨਾਂ ਨੂੰ ਆਪਣੇ ਖੁਆਬ ਕਿਵੇਂ ਪੂਰੇ ਕਰਨੇ ਹਨ। ਜਦ ਸਾਰੇ ਲੋਕ ਤਿਆਰ ਹੋ ਕੇ ਆਪਣੇ ਆਪਣੇ ਕੰਮ ਪਰ ਚਲੇ ਗਏ ਤਾਂ ਵਿਮਲਾ ਜੀ ਵੀ ਕਾਲਜ ਜਾਣੇ ਦੇ ਲਈ ਨਿਕਲ ਗਈ। ਕਾਲਜ ਪਹੁੰਚੀ ਤਾਂ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਬੜੇ ਅੱਖਰਾਂ ਵਿੱਚ ਲਿਖਿਆ ਸੀ, ਡਾਕਟਰ ਰੋਸ਼ਨੀ। ਵਿਮਲਾ ਮਨ ਹੀ ਮਨ ਸੋਚਣ ਲੱਗੀ, ਕਿੰਨਾ ਗਰਵ ਮਹਿਸੂਸ ਕਰਦੀ ਹੋਵੇਗੀ ਰੋਸ਼ਨੀ ਆਪਣੇ ਆਪ ਪਰ। ਇੰਨੇ ਵਿੱਚ ਗਾਰਡ ਆ ਕੇ ਪੁੱਛਣ ਲੱਗਾ, ਕਿਸ ਨਾਲ ਮਿਲਣਾ ਹੈ ਤੁਹਾਨੂੰ? ਪ੍ਰਿੰਸੀਪਲ ਨਾਲ ਮਿਲਣਾ ਹੈ, ਵਿਮਲਾ ਜੀ ਨੇ ਕਿਹਾ। ਤਾਂ ਗਾਰਡ ਉਹਨਾਂ ਨੂੰ ਦਫ਼ਤਰ ਵਿੱਚ ਲੈ ਗਿਆ। ਵਿਮਲਾ ਨੂੰ ਆਪਣੇ ਸੁਪਨਿਆਂ ਵੱਲ ਕਦਮ ਵਧਾਉਂਦੇ ਦੇਖ ਰੋਸ਼ਨੀ ਬਹੁਤ ਖੁਸ਼ ਹੋਈ। ਵਿਮਲਾ ਜੀ ਦਾ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਵਿੱਚ ਦਾਖਲੇ ਦੇ ਲਈ ਫਾਰਮ ਭਰ ਦਿੱਤਾ। ਪਰ ਜਦ ਵਿਮਲਾ ਜੀ ਨੇ ਰੋਸ਼ਨੀ ਨੂੰ ਕਿਹਾ ਕਿ ਘਰ ਦੇ ਹਾਲਾਤਾਂ ਦੇ ਕਾਰਨ ਉਹ ਪ੍ਰਤੀ ਦਿਨ ਕਲਾਸ ਅਟੈਂਡ ਕਰਨ ਨਹੀਂ ਆ ਪਾਵੇਗੀ ਤਾਂ ਰੋਸ਼ਨੀ ਕੁਝ ਸੋਚ ਵਿੱਚ ਪੈ ਗਈ। ਪਰ ਉਸਦੇ ਬਾਅਦ ਤੁਰੰਤ ਚਿਹਰੇ ਪਰ ਮੁਸਕਰਾਹਟ ਬਿਖੇਰਦੇ ਹੋਏ ਕਹਿਣ ਲੱਗੀ, ਇਸਦਾ ਵੀ ਹੱਲ ਹੈ ਮੇਰੇ ਕੋਲ। ਜੋ ਵਿਦਿਆਰਥੀ ਕਲਾਸ ਅਟੈਂਡ ਕਰਨੇ ਦੇ ਲਈ ਕਾਲਜ ਨਹੀਂ ਆ ਪਾਉਂਦੇ ਉਹਨਾਂ ਨੂੰ ਅਸੀਂ ਵੀਡੀਓ ਦੇ ਜ਼ਰੀਏ ਲੈਸਨ ਉਪਲਬਧ ਕਰਵਾ ਦਿੰਦੇ ਹਾਂ। ਕੱਲ੍ਹ ਤੋਂ ਰੋਜ਼ ਦੇ ਕੰਮ ਦੀ ਵੀਡੀਓ ਤੇਰੇ ਕੋਲ ਮੋਬਾਈਲ 'ਤੇ ਭੇਜ ਦਿੱਤੀ ਜਾਵੇਗੀ। ਤੈਨੂੰ ਕਾਲਜ ਵਿੱਚ ਸਿਰਫ ਪੇਪਰ ਦੇਣ ਦੇ ਲਈ ਆਉਣਾ ਹੋਵੇਗਾ। ਅਗਲੇ ਦਿਨ ਤੋਂ ਹੀ ਵਿਮਲਾ ਜੀ ਨੇ ਪੁੱਤ ਨੂੰਹਾਂ ਦੇ ਜਾਣੇ ਦੇ ਬਾਅਦ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹਾਈ ਦੀ ਸ਼ੌਕੀਨ ਵਿਮਲਾ ਜੀ ਰਾਤ ਨੂੰ ਵੀ ਪੜ੍ਹਨੇ ਦੇ ਲਈ 2 ਘੰਟੇ ਦਾ ਸਮੇਂ ਜ਼ਰੂਰ ਕੱਢਦੀ ਸੀ। ਦੋਵੇਂ ਨੂੰਹਾਂ ਨੂੰ ਕਦੀ-ਕਦੀ ਸ਼ੱਕ ਵੀ ਹੁੰਦਾ ਕਿ ਮਾਂ ਜੀ ਨੇ ਮੋਬਾਈਲ ਫੋਨ ਦੇ ਨਾਲ ਕੁਝ ਜ਼ਿਆਦਾ ਹੀ ਸਮੇਂ ਬਿਤਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਤੇ ਆਉਂਦੀ ਜਾਂਦੀ ਵੀ ਨਹੀਂ। ਪਰ ਫਿਰ ਗੱਲ ਰਫਾ-ਦਫਾ ਹੋ ਗਈ। ਉੱਧਰ ਸਮੇਂ-ਸਮੇਂ ਪਰ ਰੋਸ਼ਨੀ ਵੀ ਫ਼ੋਨ ਕਰਕੇ ਵਿਮਲਾ ਜੀ ਦੀ ਪੜ੍ਹਾਈ ਦੇ ਵਿਸ਼ੇ ਵਿੱਚ ਜਾਣਕਾਰੀ ਲੈਂਦੀ ਰਹਿੰਦੀ ਸੀ। ਪੜ੍ਹਾਈ ਕਰਦੇ-ਕਰਦੇ ਹੁਣ ਵਿਮਲਾ ਜੀ ਵਿੱਚ ਵੀ ਆਤਮ-ਵਿਸ਼ਵਾਸ ਵਾਪਿਸ ਪਰਤ ਰਿਹਾ ਸੀ। ਸਮੇਂ ਬੀਤਣ ਲੱਗਾ। ਦੇਖਦੇ ਹੀ ਦੇਖਦੇ 3 ਸਾਲ ਬੀਤ ਗਏ। ਅੱਜ ਵਿਮਲਾ ਜੀ ਕੁਝ ਬੇਚੈਨ ਜਿਹੀ ਸੀ, ਕਿਉਂਕਿ ਅੱਜ ਉਹਨਾਂ ਦੀ ਇਮਤਿਹਾਨ ਦਾ ਨਤੀਜਾ ਆਉਣਾ ਸੀ। ਰਸੋਈ ਘਰ ਦਾ ਕੰਮ ਕਰਦੇ-ਕਰਦੇ ਵਿਮਲਾ ਜੀ ਇਸੀ ਬਾਰੇ ਵਿੱਚ ਸੋਚ ਹੀ ਰਹੀ ਸੀ ਕਿ ਇੰਨੇ ਵਿੱਚ ਰੋਸ਼ਨੀ ਦਾ ਫ਼ੋਨ ਆਇਆ। "ਵਿਮਲਾ, ਤੂੰ ਅੱਜ ਦਾ ਅਖ਼ਬਾਰ ਪੜ੍ਹਿਆ? ਅਰੇ ਤੂੰ ਤਾਂ ਕਮਾਲ ਕਰ ਦਿੱਤੀ। ਗ੍ਰੈਜੂਏਸ਼ਨ ਦੇ ਤੀਸਰੇ ਸਾਲ ਦੀ ਪ੍ਰੀਖਿਆ ਵਿੱਚ ਤੂੰ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਮਲਾ, ਤੂੰ ਹਾਲਾਤਾਂ ਨਾਲ ਲੜ ਕੇ ਨਾ ਸਿਰਫ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਲਈ, ਬਲਕਿ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਜੈਸੀ ਹੋਰ ਔਰਤਾਂ ਦੇ ਲਈ ਇੱਕ ਉਦਾਹਰਣ ਪੇਸ਼ ਕੀਤਾ ਹੈ।" ਵਿਮਲਾ ਜੀ ਤੁਰੰਤ ਜਾ ਕੇ ਅਖ਼ਬਾਰ ਖਰੀਦ ਕੇ ਲਿਆਈ। ਦੇਖਿਆ, ਅਖ਼ਬਾਰ ਵਿੱਚ ਪਹਿਲੇ ਪੰਨੇ ਪਰ ਉਸਦੀ ਫੋਟੋ ਦੇ ਨਾਲ ਹੈਡਲਾਈਨ ਲਿਖੀ ਹੋਈ ਸੀ, "ਪੜ੍ਹਾਈ-ਲਿਖਾਈ ਦੀ ਕੋਈ ਉਮਰ ਨਹੀਂ ਹੁੰਦੀ। ਤੁਸੀਂ ਜਿਸ ਉਮਰ ਵਿੱਚ ਚਾਹੋ ਉਸ ਉਮਰ ਵਿੱਚ ਪੜ੍ਹਾਈ ਦੀ ਤਰਫ ਮੁੜ ਸਕਦੇ ਹੋ।" ਐਸੀ ਮਿਸਾਲਾਂ ਨੂੰ ਜ਼ਿੰਦਾ ਰੱਖਣੇ ਦੇ ਲਈ ਯੋਗਦਾਨ ਦਿੱਤਾ ਹੈ 50 ਸਾਲ ਦੀ ਵਿਮਲਾ ਦੇਵੀ ਨੇ। ਅਖ਼ਬਾਰ ਵਿੱਚ ਆਪਣਾ ਨਾਮ ਅਤੇ ਫੋਟੋ ਦੇਖ ਵਿਮਲਾ ਦੇਵੀ ਜੀ ਫੁੱਲੀ ਨਹੀਂ ਸਮਾ ਰਹੀ ਸੀ। ਅੱਜ ਉਹਨਾਂ ਦੀ ਅੱਖਾਂ ਵਿੱਚ ਜੋ ਚਮਕ ਅਤੇ ਚਿਹਰੇ ਪਰ ਜੋ ਸੰਤੁਸ਼ਟੀ ਦੇ ਭਾਵ ਆਏ, ਉਹ ਅੱਜ ਤੋਂ ਪਹਿਲਾਂ ਕਦੀ ਨਹੀਂ ਆਏ ਸੀ। ਵਿਮਲਾ ਜੀ ਮਨ ਹੀ ਮਨ ਸੋਚ ਰਹੀ ਸੀ ਕਿ ਜਦ ਉਹ ਇਹ ਗੱਲ ਆਪਣੇ ਪੁੱਤਾਂ ਅਤੇ ਨੂੰਹਾਂ ਨੂੰ ਦੱਸੇਗੀ ਅਤੇ ਅਖ਼ਬਾਰ ਦੇ ਪਹਿਲੇ ਪੰਨੇ ਪਰ ਆਪਣੀ ਫੋਟੋ ਦਿਖਾਵੇਗੀ ਤਾਂ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਆਪਣੀ ਮਾਂ ਨੂੰ ਪੜ੍ਹਾਈ ਕਰਨੇ ਤੋਂ ਮਨ੍ਹਾ ਕਰਕੇ ਕਿੰਨੀ ਬੜੀ ਗਲਤੀ ਕਰ ਰਹੇ ਸੀ ਉਹ ਲੋਕ। "ਅੱਜ ਮੇਰੇ ਪੁੱਤ ਗਰਵ ਮਹਿਸੂਸ ਕਰਨਗੇ ਮੇਰੇ ਪਰ", ਸੋਚਦੇ ਹੋਏ ਅੰਦਰ ਹੀ ਅੰਦਰ ਉਤਸ਼ਾਹਿਤ ਹੁੰਦੀ ਵਿਮਲਾ ਜੀ ਤੋਂ ਹੁਣ ਹੋਰ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ ਸੀ। ਸ਼ਾਮ ਨੂੰ ਸਭ ਪੁੱਤ ਨੂੰ ਘਰ ਆਏ ਤਾਂ ਵਿਮਲਾ ਨੇ ਬੜੀ ਖੁਸ਼ੀ-ਖੁਸ਼ੀ ਅਖ਼ਬਾਰ ਉਹਨਾਂ ਦੇ ਸਾਹਮਣੇ ਰੱਖ ਦਿੱਤਾ। ਬੜਾ ਪੁੱਤ ਅਖ਼ਬਾਰ ਪੜ੍ਹ ਕੇ ਹੈਰਾਨ ਰਹਿ ਗਿਆ। ਗੁੱਸੇ ਨਾਲ ਉਸਦੀ ਤਿਉੜੀਆਂ ਚੜ੍ਹ ਗਈ। "ਮਾਂ, ਆਖਿਰ ਇਹ ਸਭ ਕਰਕੇ ਤੁਸੀਂ ਸਾਬਿਤ ਕਿਆ ਕਰਨਾ ਚਾਹੁੰਦੀ ਹੋ? ਪਹਿਲਾਂ ਵੀ ਤੁਹਾਨੂੰ ਇਹ ਹੀ ਗੱਲ ਸਮਝਾਈ ਸੀ ਕਿ ਇਹ ਸਭ ਨੌਟੰਕੀ ਕਰਨੀ ਹੈ ਤਾਂ ਕਿਤੇ ਹੋਰ ਜਾ ਕੇ ਕਰੋ।" ਅਖ਼ਬਾਰ ਦੇਖ ਕੇ ਬੜੀ ਨੂੰਹ ਬੋਲੀ, "ਅੱਛਾ, ਜਦੀ ਮੈਂ ਸੋਚ ਰਹੀ ਸੀ ਇੰਨੇ ਦਿਨਾਂ ਤੋਂ ਮਾਂ ਜੀ ਫ਼ੋਨ ਪਰ ਕਿਆ ਕਰ ਰਹੀ ਹਨ, ਤਾਂ ਇਹ ਗੁੱਲ ਖਿਲਾ ਰਹੀ ਸੀ ਤੁਸੀਂ। ਨੂੰਹ, ਥੋੜ੍ਹਾ ਤਮੀਜ਼ ਨਾਲ ਗੱਲ ਕਰੋ। ਇਹ ਕੈਸਾ ਤਰੀਕਾ ਹੋਇਆ ਮੇਰੇ ਨਾਲ ਗੱਲ ਕਰਨੇ ਦਾ?" ਵਿਮਲਾ ਜੀ ਨੇ ਵਿਰੋਧ ਜਤਾਇਆ। "ਬੜੀ ਨੂੰਹ, ਜਦ ਤੱਕ ਮੈਂ ਪੜ੍ਹਨਾ ਸ਼ੁਰੂ ਨਹੀਂ ਕੀਤਾ ਸੀ ਤਦ ਤੱਕ ਮੈਂ ਤੈਨੂੰ ਅਨਪੜ੍ਹ ਅਤੇ ਗੰਵਾਰ ਲੱਗਦੀ ਸੀ ਅਤੇ ਦਿਨ ਭਰ ਤੂੰ ਮੈਨੂੰ ਇਸ ਗੱਲ ਦੇ ਤਾਨੇ ਦਿਆ ਕਰਦੀ ਸੀ। ਹੁਣ ਜੇਕਰ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਇਸ ਵਿੱਚ ਵੀ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। ਮੇਰੀ ਪੜ੍ਹਾਈ-ਲਿਖਾਈ ਤੁਹਾਨੂੰ ਨੌਟੰਕੀ ਲੱਗ ਰਹੀ ਹੈ। ਤੁਸੀਂ ਲੋਕ ਤਾਂ ਨੌਕਰੀ ਪਰ ਚਲੀ ਜਾਂਦੀ ਸੀ। ਮੈਂ ਪਿੱਛੇ ਘਰ ਦਾ ਸਾਰਾ ਕੰਮ ਨਿਪਟਾ ਕੇ ਆਪਣੀ ਪੜ੍ਹਾਈ ਸ਼ੁਰੂ ਕਰਦੀ ਸੀ। ਆਪਣੇ ਇਹ ਖ਼ੁਆਬ ਤਾਂ ਮੈਂ ਬਹੁਤ ਪਹਿਲਾਂ ਪੂਰਾ ਕਰਨਾ ਚਾਹੁੰਦੀ ਸੀ, ਪਰ ਆਪਣੇ ਪੁੱਤਾਂ ਦੇ ਲਈ ਆਪਣੇ ਖ਼ੁਆਬਾਂ ਨੂੰ ਭੁੱਲ ਗਈ।" ਫਿਰ ਆਪਣੇ ਪੁੱਤਾਂ ਦੀ ਤਰਫ ਦੇਖਦੇ ਹੋਏ ਬੋਲੀ, "ਤੁਸੀਂ ਦੋਨਾਂ ਦੀ ਸਫ਼ਲਤਾ ਵਿੱਚ ਆਪਣੀ ਸਫ਼ਲਤਾ ਦੇਖੀ ਮੈਂ। ਜਦ ਤੁਸੀਂ ਆਪਣੀ ਕਲਾਸ ਵਿੱਚ ਪ੍ਰਥਮ ਆਉਂਦੇ ਸੀ ਤਾਂ ਮੈਨੂੰ ਲੱਗਦਾ ਸੀ ਮੇਰੀ ਜਿੱਤ ਹੋਈ ਹੈ, ਪਰ ਇਸ ਗੱਲ ਦਾ ਅਹਿਸਾਸ ਮੈਨੂੰ ਅੱਜ ਹੋਇਆ ਕਿ ਕਿੰਨੀ ਗਲਤ ਸੀ ਮੈਂ।
ਜੋ ਆਪਣੀ ਔਲਾਦ ਦੇ ਪਿੱਛੇ ਆਪਣੇ ਖ਼ੁਆਬਾਂ ਨੂੰ ਭੁੱਲ ਗਈ ਸੀ। ਹੰਝੂਆਂ ਨਾਲ ਭਰੀ ਅੱਖਾਂ ਲਈ ਵਿਮਲਾ ਜੀ ਰੁੱਧੇ ਗਲੇ ਨਾਲ ਬੋਲਣ ਲੱਗੀ, ਪਰ ਬਸ ਹੁਣ ਬਹੁਤ ਹੋਇਆ। ਹੁਣ ਮੈਂ ਇਸਦੇ ਅੱਗੇ ਬੀ.ਐਡ ਦੀ ਪੜ੍ਹਾਈ ਵੀ ਕਰੂੰਗੀ। ਮੈਂ ਹੁਣ ਰੁਕਣੇ ਵਾਲੀ ਨਹੀਂ ਹਾਂ। ਇੰਨੀ ਗੱਲ ਪਰ ਛੋਟਾ ਪੁੱਤ ਭੜਕਦੇ ਹੋਏ ਬੋਲਿਆ, ਮਾਂ, ਜੇਕਰ ਤੁਹਾਨੂੰ ਇਹ ਸਭ ਕੰਮ ਕਰਨੇ ਹਨ ਤਾਂ ਤੁਸੀਂ ਕਿਤੇ ਹੋਰ ਜਾ ਕੇ ਰਹੋ। ਇਹ ਤਮਾਸ਼ਾ ਹੁਣ ਅਸੀਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੇ। ਅਗਲੇ ਦਿਨ ਸਵੇਰੇ ਕੁਝ ਨਿਊਜ਼ ਰਿਪੋਰਟਰ ਵਿਮਲਾ ਜੀ ਦਾ ਇੰਟਰਵਿਊ ਲੈਣ ਦੇ ਲਈ ਘਰ ਪਰ ਪਹੁੰਚ ਗਏ ਅਤੇ ਪ੍ਰਸ਼ਨ ਪੁੱਛਣ ਲੱਗੇ, ਇਸ ਪ੍ਰਸ਼ਨ ਦੇ ਉੱਤਰ ਵਿੱਚ ਕੀ ਤੁਸੀਂ ਇਸ ਦੇ ਬਾਅਦ ਕਿਆ ਕਰਨੇ ਦਾ ਸੋਚ ਰਹੀ ਹੋ? ਵਿਮਲਾ ਜੀ ਨੇ ਕਿਹਾ, ਮੈਂ ਅੱਗੇ ਬੀ.ਐਡ ਦੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹਾਂ ਅਤੇ ਨਾਲ ਹੀ ਆਪਣਾ ਕੋਚਿੰਗ ਸੈਂਟਰ ਖੋਲ੍ਹਣਾ ਚਾਹੁੰਦੀ ਹਾਂ। ਐਤਵਾਰ ਸੀ ਤਾਂ ਪੁੱਤ ਨੂੰ ਘਰ ਪਰ ਸੀ। ਆਪਣੀ ਮਾਂ ਨੂੰ ਇੰਟਰਵਿਊ ਦਿੰਦੇ ਹੋਏ ਦੇਖ ਕੇ ਮਨ ਹੀ ਮਨ ਗੁੱਸੇ ਵਿੱਚ ਉਬਲ ਰਹੇ ਸੀ, ਪਰ ਨਿਊਜ਼ ਰਿਪੋਰਟਰ ਦੇ ਸਾਹਮਣੇ ਕੁਝ ਨਾ ਬੋਲੇ। ਪਰ ਜਿਵੇਂ ਹੀ ਨਿਊਜ਼ ਰਿਪੋਰਟਰ ਨਿਕਲੇ, ਉਹ ਆਪਣੀ ਮਾਂ ਪਰ ਬਰਸ ਪਏ। ਮਾਂ, ਆਖਿਰ ਇਹ ਤਮਾਸ਼ਾ ਕਦ ਤੱਕ ਚੱਲਣੇ ਵਾਲਾ ਹੈ? ਵੱਡਾ ਪੁੱਤ ਰਾਮ ਬੋਲਿਆ। ਤਾਂ ਵਿਮਲਾ ਜੀ ਨੇ ਜਵਾਬ ਦਿੱਤਾ, ਬਸ ਕੁਝ ਜ਼ਿਆਦਾ ਦਿਨ ਤੱਕ ਨਹੀਂ। ਪੁੱਤ ਨੂੰ ਹੈਰਾਨੀ ਨਾਲ ਵਿਮਲਾ ਜੀ ਦੀ ਤਰਫ ਦੇਖ ਰਹੇ ਸੀ ਕਿ ਮਾਂ ਇੰਨੀ ਆਸਾਨੀ ਨਾਲ ਕਿਵੇਂ ਮੰਨ ਗਈ। ਪਰ ਅਗਲੇ ਹੀ ਪਲ ਵਿਮਲਾ ਜੀ ਨੇ ਕਿਹਾ, ਰਾਤ ਨੂੰ ਤੁਸੀਂ ਲੋਕ ਕਹਿ ਰਹੇ ਸੀ ਕਿ ਹੁਣ ਤੁਹਾਡੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ ਅਤੇ ਜੇਕਰ ਮੈਨੂੰ ਕੁਝ ਕਰਨਾ ਹੈ ਤਾਂ ਮੈਂ ਕਿਤੇ ਹੋਰ ਜਾ ਕੇ ਰਹਾਂ। ਇਸ ਲਈ ਮੈਂ ਫੈਸਲਾ ਲੈ ਲਿਆ ਹੈ ਕਿ ਜੇਕਰ ਜਾਣਾ ਹੀ ਹੈ ਤਾਂ ਤੁਸੀਂ ਲੋਕ ਘਰ ਛੱਡ ਕੇ ਜਾਓਗੇ, ਮੈਂ ਨਹੀਂ, ਕਿਉਂਕਿ ਇਹ ਘਰ ਮੇਰਾ ਹੈ ਅਤੇ 10 ਦਿਨ ਵਿੱਚ ਮੈਂ ਇਸ ਘਰ ਵਿੱਚ ਕੋਚਿੰਗ ਸੈਂਟਰ ਸ਼ੁਰੂ ਕਰਨੇ ਵਾਲੀ ਹਾਂ। ਇਸ ਲਈ ਜਿੰਨੀ ਜਲਦੀ ਹੋ ਸਕੇ ਆਪਣੇ ਰਹਿਣੇ ਦਾ ਇੰਤਜ਼ਾਮ ਕਿਤੇ ਹੋਰ ਕਰ ਲਓ। ਵਿਮਲਾ ਜੀ ਨੇ ਆਪਣੇ ਪੁੱਤ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ। ਵਿਮਲਾ ਜੀ ਦੀ ਇਹ ਗੱਲ ਸੁਣ ਕੇ ਉਹਨਾਂ ਦੇ ਪੁੱਤ ਅਤੇ ਦੋਵੇਂ ਨੂੰਹਾਂ ਹੈਰਾਨ ਰਹਿ ਗਏ। ਉਹ ਹੈਰਾਨ ਸੀ ਕਿ ਉਹਨਾਂ ਦੀ ਮਾਂ ਵਿੱਚ ਇੰਨਾ ਆਤਮ ਵਿਸ਼ਵਾਸ ਅਚਾਨਕ ਕਿਵੇਂ ਜਾਗ ਉੱਠਿਆ। ਬੜੀ ਨੂੰ ਹੁਣੇ ਕੁਝ ਬੋਲਣੇ ਹੀ ਵਾਲੀ ਸੀ ਕਿ ਜਦੀ ਵਿਮਲਾ ਜੀ ਬੋਲੀ, ਨੂੰ ਹੁਣੇ ਮੇਰੀ ਗੱਲ ਖਤਮ ਨਹੀਂ ਹੋਈ। ਰੋਜ਼-ਰੋਜ਼ ਦੀ ਜਿੱਲਤ ਭਰੀ ਜ਼ਿੰਦਗੀ ਜੀਣੇ ਤੋਂ ਚੰਗਾ ਹੈ ਕਿ ਮੈਂ ਆਤਮ ਨਿਰਭਰ ਬਣ ਕੇ ਇਕੱਲੀ ਰਹਾਂ ਅਤੇ ਆਤਮ ਵਿਸ਼ਵਾਸ ਦੇ ਨਾਲ ਆਪਣਾ ਜੀਵਨ ਬਤੀਤ ਕਰਾਂ। ਇਹ ਗੱਲ ਸੁਣ ਕੇ ਪੁੱਤ ਨੂੰ ਹੱਕੇ ਬੱਕੇ ਰਹਿ ਗਏ, ਪਰ ਕੁਝ ਕਰਨੇ ਵਿੱਚ ਅਸਮਰਥ ਸੀ ਕਿਉਂਕਿ ਮਕਾਨ ਵਿਮਲਾ ਜੀ ਦੇ ਨਾਮ ਪਰ ਹੀ ਸੀ। ਵਿਮਲਾ ਜੀ ਆਪਣਾ ਫੈਸਲਾ ਸੁਣਾ ਕੇ ਆਪਣੇ ਕਮਰੇ ਵਿੱਚ ਚਲ ਗਈ। ਅਗਲੇ ਹੀ ਦਿਨ ਮਕਾਨ ਦੇ ਬਾਹਰ ਬੜਾ ਜਿਹਾ ਬੋਰਡ ਲਗਾਇਆ ਜਾ ਰਿਹਾ ਸੀ। ਵਿਮਲਾ ਜੀ ਗਰਵ ਭਰੀ ਮੁਸਕਾਨ ਦੇ ਨਾਲ ਉਸਦੀ ਤਰਫ ਦੇਖ ਰਹੀ ਸੀ। ਬੋਰਡ ਪਰ ਬੜੇ-ਬੜੇ ਅੱਖਰਾਂ ਵਿੱਚ ਲਿਖਿਆ ਸੀ, ਵਿਮਲਾ ਕੋਚਿੰਗ ਸੈਂਟਰ। ਕਹਾਣੀ ਕਿਵੇਂ ਲੱਗੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।